2 ਸਾਲ ਪਹਿਲੇ ਸਭ ਤੋਂ ਜ਼ਿਆਦਾ ਤਨਕੀਦ ਔਰ ਨਫ਼ਰਤ ਦਾ ਨਿਸ਼ਾਨਾ ਬਣਨ ਵਾਲੀ ਕੁਈਨ ਦਾਰੋ ਇੱਕ ਵਾਰੀ ਫਿਰ ਹੁਣ ਮੀਡੀਆ ਦੇ ਵਿੱਚ, ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਟ੍ਰੈਂਡਿੰਗ 'ਚ ਜਾ ਰਹੀ ਹੈ। ਹੁਣ ਕੀ ਹੋਇਆ, ਉਹਦੇ ਨਾਲ ਕੀ ਬਣੀ ਜਾਂ ਉਹਦੇ ਬਾਰੇ ਕੀ ਮਾਲੂਮਾਤ ਆ, ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਔਰ ਮੁਕੰਮਲ ਔਰ ਤਫਸੀਲ ਦੇ ਨਾਲ। ਲੇਕਿਨ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 2 ਸਾਲ ਪਹਿਲੋਂ ਇਹਨੇ ਆਪਣਾ ਹੱਸਦਾ ਵਸਦਾ ਘਰ ਆਪਣੇ ਹੱਥੀਂ ਉਜਾੜਿਆ, ਆਪਣੇ ਖਾਮਦ ਨੂੰ ਛੱਡਿਆ, ਨਾਲ 2 ਬੱਚਿਆਂ ਨੂੰ ਛੱਡਿਆ ਤੇ ਟਿਕਟੌਕ ਤੇ ਲਾਈਵ ਜਾਂਦੀ ਹੁੰਦੀ ਸੀ ਤੇ ਉੱਥੇ ਇੱਕ ਗਿਫਟਰ ਨੇ ਇਸ ਕੁੜੀ ਨੂੰ ਪੈਸੇ ਆਫਰ ਕੀਤੇ ਕਾਫੀ ਸਾਰੇ। ਲਿਹਾਜ਼ਾ ਇਹਨੇ ਆਪਣੇ ਹੱਸਦੇ ਵਸਦੇ ਘਰ ਨੂੰ ਉਜਾੜ ਕੇ ਆਪਣੇ ਖਾਮਦ ਤੋਂ ਤਲਾਕ ਲੈ ਕੇ ਤੇ ਉਹਦੇ ਨਾਲ ਇੰਗਲੈਂਡ ਸ਼ਿਫਟ ਹੋ ਗਈ। 2 ਸਾਲ ਉਹਦੇ ਨਾਲ ਰਹੀ ਆ। ਉਸ ਤੋਂ ਬਾਅਦ ਫਿਰ ਟਿਕਟੌਕ ਲਾਈਵ ਤੇ ਆਉਂਦੀ ਜਾਂਦੀ ਸੀ ਕਿ ਸਾਰੀ ਗੱਲਬਾਤ ਜਿਸ ਤਰ੍ਹਾਂ ਪਹਿਲੇ ਕਰਦੇ ਸੀ ਉੱਦਾਂ ਹੀ ਉਹਨੇ ਕਰਨਾ ਸ਼ੁਰੂ ਕਰਤਾ। ਲੇਕਿਨ ਇਹਦੇ ਦੂਸਰੇ ਖਾਮਦ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਈਆਂ। ਉਹਨੇ ਮਹੀਨਾ ਡੇਢ ਪਹਿਲੋਂ ਇਹਦੇ ਨਾਲ ਇਸ ਚੀਜ਼ ਤੇ ਤਲਖ ਕਲਾਮੀ ਵੀ ਕੀਤੀ ਸੀ ਔਰ ਲਾਈਵ ਵੀਡੀਓ ਦੇ ਵਿੱਚ ਇਹਨੂੰ ਇਸ ਚੀਜ਼ ਤੇ ਝਿੜਕਿਆ ਵੀ ਸੀ। ਤੇ ਸੋਸ਼ਲ ਮੀਡੀਆ ਤੇ ਖਬਰਾਂ ਦੇ ਉੱਤੇ ਨਜ਼ਰ ਰੱਖਣ ਵਾਲੇ ਲੋਕ ਉਦੋਂ ਵੀ ਕਹਿੰਦੇ ਸੀਗੇ ਵੀ ਹੁਣ ਇਹਦਾ ਘਰ ਜ਼ਿਆਦਾ ਦੇਰ ਤੱਕ ਨਹੀਂ ਵਸ ਸਕਦਾ ਤੇ ਉਹੀ ਹਾਲ ਹੋਇਆ। ਇਸ ਕੁੜੀ ਕੁਈਨ ਦਾਰੋ ਨੂੰ ਉਹਦੇ ਦੂਸਰੇ ਖਾਮਦ ਨੇ ਤਲਾਕ ਦੇ ਦਿੱਤੀ। ਆਪਣੇ ਹੱਥੀਂ ਆਪਣਾ ਘਰ ਉਜਾੜ ਕੇ ਪੈਸਿਆਂ ਦੀ ਖਾਤਰ ਕਿਸੇ ਬੰਦੇ ਦੇ ਮਗਰ ਗਿਫਟਰ ਦੇ ਲੱਗ ਕੇ ਤੇ ਉਹਦੇ ਨਾਲ ਸ਼ਾਦੀ ਕਰਕੇ ਦੁਬਾਰਾ ਜ਼ਿੰਦਗੀ ਗੁਜ਼ਾਰਨ ਲੱਗੀ। ਲੇਕਿਨ ਪੈਸੇ ਦੀ ਖਾਤਰ ਜਿਹੜਾ ਰਿਸ਼ਤਾ ਕਾਇਮ ਕੀਤਾ ਗਿਆ ਹੋਵੇ ਉਹ ਜ਼ਿਆਦਾ ਦੇਰ ਨਹੀਂ ਕੱਢਦਾ ਹੁੰਦਾ। ਲਿਹਾਜ਼ਾ ਉਸ ਸ਼ਖਸ ਨੂੰ ਇਹਦੇ ਜਿਸਮ ਦੀ ਹੱਦ ਤੱਕ ਇਹਦੇ ਨਾਲ ਮੁਹੱਬਤ ਸੀਗੀ, ਇਹ ਤੋਂ ਅੱਗੇ ਕੋਈ ਨਹੀਂ ਸੀ, ਤੇ ਇਹਨੂੰ ਉਹਦੇ ਪੈਸੇ ਦੀ ਹੱਦ ਤੱਕ ਮੁਹੱਬਤ ਸੀ, ਅੱਗੇ ਕੋਈ ਨਹੀਂ ਸੀ। ਅਖੀਰ ਅੰਜਾਮ ਇਹਦਾ ਉਹੀ ਬੁਰਾ ਹਾਲ ਹੋਇਆ। ਲਿਹਾਜ਼ਾ ਗੱਲ ਤਲਾਕ ਤੱਕ ਪਹੁੰਚ ਗਈ। ਹੁਣ ਜਦੋਂ ਇਹਨੂੰ ਤਲਾਕ ਹੋਈ ਆ, ਇਹਦੀਆਂ ਅੱਖਾਂ ਫਿਰ ਖੁੱਲੀਆਂ ਕਿ ਮੈਂ ਆਪਣੇ ਨਾਲ ਕਿੱਡੀ ਵੱਡੀ ਜ਼ਿਆਦਤੀ ਕੀਤੀ, ਆਪਣੇ ਪਹਿਲੇ ਖਾਮਦ ਨਾਲ ਕਿੰਨੀ ਵੱਡੀ ਜ਼ਿਆਦਤੀ ਕੀਤੀ ਤੇ ਸਭ ਤੋਂ ਜ਼ਿਆਦਾ ਆਪਣੇ ਬੱਚਿਆਂ ਨਾਲ ਕਿੰਨੀ ਵੱਡੀ ਜ਼ਿਆਦਤੀ ਕੀਤੀ। ਉਸ ਟਾਈਮ ਜਦੋਂ ਇਹਨੇ ਇਹ ਕੰਮ ਕੀਤਾ ਸੀ ਤੇ ਲੋਕਾਂ ਨੇ ਇਹਦੇ ਨਾਲ ਸ਼ਦੀਦ ਨਫ਼ਰਤ ਦਾ ਇਜ਼ਹਾਰ ਕੀਤਾ ਸੀ, ਸ਼ਦੀਦ ਤਨਕੀਦ ਕੀਤੀ ਸੀ। ਕਈ ਮਿਲੀਅਨ ਲੋਕਾਂ ਨੇ ਤੇ ਇਹਨੂੰ ਅਨਫਾਲੋ ਕਰਤਾ ਸੀ ਟਿਕਟੌਕ ਦੇ ਉੱਤੇ। ਹੁਣ ਜਦੋਂ ਇਹਦੇ ਦੂਸਰੇ ਖਾਮਦ ਨੇ ਇਹਨੂੰ ਛੱਡਿਆ ਤੇ ਇਹਨੂੰ ਹੋਰ ਕੋਈ ਰਾਹ ਨਹੀਂ ਸੁੱਝੀ, ਦੁਬਾਰਾ ਆਪਣੇ ਪਹਿਲੇ ਖਾਮਦ ਦੇ ਘਰ ਆ ਗਈ ਔਰ ਉੱਥੇ ਆ ਕੇ ਤੇ ਇਜਾਜ਼ਤ ਮੰਗੀ ਘਰ ਅੰਦਰ ਦਾਖਲ ਹੋਣ ਦੀ। ਲਿਹਾਜ਼ਾ ਇਹਦੇ ਪਹਿਲੇ ਖਾਮਦ ਨੇ ਤੇ ਉਹਦੀ ਫੈਮਿਲੀ ਨੇ ਇਹਨੂੰ ਘਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ 2 ਸਾਲ ਬਾਅਦ। ਹਾਲਾਂਕਿ ਇਹਨੇ ਉਹਨਾਂ ਨਾਲ ਜ਼ਿਆਦਤੀ ਵੀ ਕੀਤੀ, ਜ਼ੁਲਮ ਵੀ ਕੀਤਾ, ਇੰਨਾ ਕੁਛ ਕੀਤਾ, ਬਦਨਾਮੀ ਵੀ ਉਹਨਾਂ ਨੂੰ ਦਿੱਤੀ। ਲਿਹਾਜ਼ਾ ਉਹਨਾਂ ਦੇ ਘਰ ਜਾ ਕੇ ਘੰਟਾ ਡੇਢ ਘੰਟਾ ਤੱਕ ਉਹਨਾਂ ਦੇ ਘਰ ਰਹੀ, ਉਹਨਾਂ ਨੇ ਰੋਟੀ ਪਾਣੀ ਵੀ ਖਿਲਾਇਆ, ਬੱਚਿਆਂ ਨਾਲ ਮੁਲਾਕਾਤ ਕੀਤੀ, ਸਾਰਾ ਕੁਝ ਕੀਤਾ। ਅਖੀਰ ਇਹਦੇ ਖਾਮਦ ਜਿਹੜਾ ਪਹਿਲਾ ਖਾਮਦ ਸੀ ਉਹਨੇ ਇਹਨੂੰ ਕਿਹਾ ਵੀ ਹੁਣ ਤੂੰ ਜਾ ਸਕਦੀ ਆ। ਇਹਦਾ ਖਿਆਲ ਸੀ ਕਿ ਮੈਂ ਦੁਬਾਰਾ ਆਪਣੇ ਉਸੇ ਖਾਮਦ ਕੋਲ ਜਾਊਂਗੀ ਤੇ ਉਹ ਮੈਨੂੰ ਕਬੂਲ ਕਰ ਲੂਗਾ ਜਾਂ ਮੈਨੂੰ ਆਪਣੇ ਬੱਚਿਆਂ ਦੀ ਖਾਤਰ ਦੁਬਾਰਾ ਜਿਹੜਾ ਨਾ ਆਪਣੇ ਨਿਕਾਹ 'ਚ ਲੈ ਆਊਗਾ। ਲੇਕਿਨ ਉਸ ਬੰਦੇ ਨੇ ਜਿਹੜਾ ਇਹਨੂੰ ਖਾਤਰ ਤਵਾਜ਼ੋ ਕੀਤੀ, ਰੋਟੀ ਪਾਣੀ ਖਿਲਾਇਆ, ਘੰਟੇ ਡੇਢ ਤੋਂ ਬਾਅਦ ਇਹਨੂੰ ਕਿਹਾ ਵੀ ਹੁਣ ਤੇਰਾ ਸਾਡੇ ਨਾਲ ਕੋਈ ਤਾਲੁਕ ਨਹੀਂ ਹੈ, ਲਿਹਾਜ਼ਾ ਤੂੰ ਜਿੱਧਰੋਂ ਆਈਆਂ ਉਧਰ ਨੂੰ ਜਾ ਸਕਦੀ ਆ। ਮੀਡੀਆ 'ਚ ਆਉਣ ਵਾਲੀਆਂ ਖਬਰਾਂ 'ਚੋਂ ਇਹ ਗੱਲ ਵੀ ਜ਼ਾਹਰ ਹੋ ਰਹੀ ਆ ਕਿ ਇਹਨੇ ਉਹਨਾਂ ਦੇ ਮਿੰਨਤਾਂ ਤਰਲੇ ਮਾਫੀਆਂ ਸਾਰਾ ਕੁਝ ਕੀਤਾ, ਪੈਰੀ ਹੱਥ ਲਾਏ, ਸਾਰਾ ਕੁਝ ਕੀਤਾ, ਲੇਕਿਨ ਇਹਦੇ ਖਾਮਦ ਨੇ ਇਹਨੂੰ ਕਿਸੇ ਕਿਸਮ ਦਾ ਰਿਸਪੌਂਸ ਨਹੀਂ ਦਿੱਤਾ। ਹੁਣ ਚੂੰਕਿ ਉਹ ਬੰਦਾ ਪਹਿਲਾ ਜਿਹੜਾ ਸੀ ਉਹ ਇਹਦਾ ਖਾਮਦ ਨਹੀਂ ਸੀ, ਇਹਦੇ ਵਾਸਤੇ ਗੈਰ ਮਹਿਰਮ ਸੀ, ਲੇਕਿਨ ਫਿਰ ਵੀ ਉਹਨੇ ਇਹਨੂੰ ਇਜਾਜ਼ਤ ਇਸ ਲਈ ਦਿੱਤੀ ਕਿ ਚੱਲ ਬੱਚਿਆਂ ਆਪਣੇ ਨਾਲ ਮਿਲ ਲਵੇ। ਉਹ ਬੱਚੇ ਵੀ ਇੰਨੇ 2 ਸਾਲਾਂ ਦੇ ਉੱਤੋਂ ਆਪਣੀ ਮਾਂ ਨੂੰ ਨਹੀਂ ਸੀ ਮਿਲੇ, ਇਹ ਵੀ ਮਿਲ ਲਵੇ ਤੇ ਉਹ ਵੀ ਮਿਲ ਲਵੇ। ਇਹ ਵੀ ਉਹਦਾ ਵੱਡਾ ਪਨ ਆ ਕਿ ਉਹਨੇ ਇਹਨੂੰ ਆਪਣੇ ਘਰ ਦਾਖਲ ਹੋਣ ਦਿੱਤਾ। ਅਗਰ ਉਹ ਇਹਨੂੰ ਆਪਣੇ ਘਰ ਦਾਖਲ ਨਾ ਵੀ ਹੋਣ ਦਿੱਤਾ ਤੇ ਫਿਰ ਵੀ ਇਹ ਕਿਸੇ ਕਿਸਮ ਦੀ ਉਹਦੇ ਉੱਤੇ ਇਤਰਾਜ਼ ਨਹੀਂ ਸੀ ਕਰ ਸਕਦੀ। ਰੋਟੀ ਪਾਣੀ ਉਹਨੇ ਖਿਲਾਇਆ, ਉਹ ਇੱਕ ਅਲੱਗਾ ਚੀਜ਼ ਆ, ਇਹ ਉਹਦਾ ਵੱਡਾ ਪਨ ਸੀ। ਵਾਕਿਆ ਤੇ ਬੜਾ ਅਫਸੋਸ ਵਾਲਾ ਵਾ ਤੇ ਬੜਾ ਦਿਲ ਖਰਾਸ਼ ਵਾਕਿਆ ਵਾ, ਜਿਹਦੇ ਵਿੱਚ ਇੱਕ ਇਨਸਾਨ ਦਾ ਦਿਲ ਦੁਖੀ ਹੋ ਜਾਂਦਾ ਇਸ ਤਰ੍ਹਾਂ ਦੇ ਵਾਕਿਆ ਦੇਖ ਕੇ ਵੀ ਕਿਸ ਤਰ੍ਹਾਂ ਦੁਨੀਆ ਰੁਪਈਏ ਪੈਸੇ ਦੀ ਖਾਤਰ ਆਪਣੇ ਹੱਸਦੇ ਵਸਦੇ ਘਰ ਉਜਾੜ ਕੇ ਬਹਿ ਜਾਂਦੀ ਆ। ਇਹਦੇ ਵਿੱਚ ਔਰਤਾਂ ਵਾਸਤੇ ਇੱਕ ਬਹੁਤ ਵੱਡਾ ਸਬਕ ਆ ਮੌਜੂਦਾ ਦੌਰ ਦੇ ਵਿੱਚ ਕਿ ਤੁਹਾਡੇ ਵਾਸਤੇ ਸਭ ਤੋਂ ਜ਼ਿਆਦਾ ਖੈਰ ਖਵਾਹ ਤੁਹਾਡੇ ਖਾਮਦ ਤੋਂ ਇਲਾਵਾ ਹੋਰ ਕੋਈ ਸ਼ਖਸ ਨਹੀਂ ਹੋ ਸਕਦਾ। ਕੋਈ ਜਿਤਨੀ ਮਰਜ਼ੀ ਤੁਹਾਡੀ ਤਾਰੀਫ ਕਰੇ, ਚਾਪਲੂਸੀ ਕਰੇ, ਤੁਹਾਨੂੰ ਗਿਫਟ ਭੇਜੇ ਜਾਂ ਕੁਝ ਵੀ ਕਰੇ, ਲੇਕਿਨ ਉਹਦੀ ਨੀਅਤ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਵੀ ਉਹਦੀ ਨੀਅਤ ਕੀ ਆ ਕੀ ਨਹੀਂ। ਲੇਕਿਨ ਤੁਹਾਡਾ ਖਾਮਦ ਦਾ ਉਹ ਚਾਹੇ ਥੋੜ੍ਹਾ ਕਮਾ ਰਿਹਾ, ਬਹੁਤਾ ਕਮਾ ਰਿਹਾ, ਜੈਸਾ ਵੀ ਗੁਜ਼ਾਰਾ ਕਰਦਾ ਪਿਆ, ਤੁਹਾਡੇ ਬੱਚਿਆਂ ਨਾਲ ਤੁਹਾਡੇ ਨਾਲ ਗੁਜ਼ਾਰਾ ਕਰਦਾ ਪਿਆ ਵਾ, ਤੇ ਉਹ ਕਮ ਅਜ਼ ਕਮ ਨੇਕ ਨੀਤੀ ਔਰ ਖਲੂਸ ਨੀਅਤ ਦੇ ਨਾਲ ਤੁਹਾਡੇ ਨਾਲ ਚੱਲਦਾ ਪਿਆ। ਲਿਹਾਜ਼ਾ ਇਸ ਸਾਰੇ ਮਾਮਲੇ ਦੇ ਵਿੱਚ ਔਰਤਾਂ ਵਾਸਤੇ ਤੇ ਖਾਸ ਕਰਕੇ ਬਹੁਤ ਅਹਿਮ ਸਬਕ ਆ। ਅਗਰ ਉਹ ਇਸ ਤੋਂ ਸਬਕ ਸਿੱਖ ਲੈਣ ਤਾਂ ਠੀਕ ਆ, ਅਗਰ ਨਹੀਂ ਤੇ ਫਿਰ ਸੋਸ਼ਲ ਮੀਡੀਆ ਜਿਹੜਾ ਵਾ ਇਹਦੇ ਉੱਤੇ ਇੱਕ ਤੋਂ ਇੱਕ ਵੱਧ ਕੇ ਦੁਨੀਆ ਪਈ ਆ,
ਜਿਹੜੇ ਕਿ ਇੱਕ ਦੂਸਰੇ ਦੀ ਜ਼ਿੰਦਗੀ ਖਰਾਬ ਕਰਦੇ ਪਏ, ਹੱਸਦੇ ਵਸਦੇ ਘਰ ਉਜਾੜਦੇ ਪਏ ਆ। ਤੇ ਇਹਨਾਂ ਨੂੰ ਸਮਝਣਾ, ਇਹਨਾਂ ਨੂੰ ਪਰਖਣਾ ਔਰਤ ਦੀ, ਕਿਉਂਕਿ ਅਕਲ ਦੇ ਵਿੱਚ ਇਹ ਚੀਜ਼ ਨਹੀਂ ਆ ਸਕਦੀ। ਮੁਆਸ਼ਰੇ ਦੇ ਵਿੱਚ ਉੱਠਣ ਬਹਿਣ ਉਸ ਹੱਦ ਤੱਕ ਔਰਤ ਦਾ ਨਹੀਂ ਹੁੰਦਾ ਜਿਸ ਹੱਦ ਤੱਕ ਬੰਦੇ ਦਾ ਹੁੰਦਾ। ਬੰਦੇ ਦੀ ਪਰਖ ਜ਼ਿਆਦਾ ਹੁੰਦੀ ਆ, ਔਰਤ ਦੀ ਪਰਖ ਘੱਟ ਹੁੰਦੀ ਆ। ਜੈਸਾ ਕਿ ਰਵਾਇਤ ਦੇ ਵਿੱਚ ਵੀ ਆਉਂਦਾ ਕਿ ਨਬੀ ਕਰੀਮ ਅਲੈਹਿਸਸਲਾਤੁ ਵਸਲਾਮ ਨੂੰ ਇਸ ਧਰਤੀ ਦੇ ਉੱਤੇ ਹਲਾਲ ਚੀਜ਼ਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹਦੇ ਉੱਤੇ ਨਾਪਸੰਦੀਦਾ ਚੀਜ਼ ਸੀ ਉਹ ਸੀ ਤਲਾਕ। ਹਾਲਾਂਕਿ ਤਲਾਕ ਇੱਕ ਜਾਇਜ਼ ਕੰਮ ਆ, ਹਲਾਲ ਕੰਮ ਆ। ਕਿਸੇ ਹੱਦ ਤੱਕ ਜਦੋਂ ਮੀਆਂ ਬੀਵੀ ਦਾ ਤੁਹਾਡਾ ਨਹੀਂ ਬਣਦਾ ਜਾਂ ਇੱਦਾਂ ਦੇ ਹਾਲਾਤ ਹੋ ਚੁੱਕੇ ਆ ਕਿ ਹੁਣ ਗੁਜ਼ਾਰਾ ਮੁਸ਼ਕਲ ਹੋ ਗਿਆ, ਫਿਰ ਤਲਾਕ ਦੀ ਕੋਈ ਗੁੰਜਾਇਸ਼ ਬਣਦੀ ਆ। ਇਹ ਨਹੀਂ ਵੀ ਹੁਣ ਇੱਕ ਹੱਸਦਾ ਵਸਦਾ ਘਰ, ਬੱਚਿਆਂ ਵਾਲਾ ਘਰ, ਤੁਸੀਂ ਪੈਸੇ ਦੀ ਖਾਤਰ ਉਹ ਤੋਂ ਬੰਦੇ ਤੋਂ ਤਲਾਕ ਲਓ। ਇਹ ਸਭ ਤੋਂ ਨਾਪਸੰਦੀਦਾ ਅਮਲ ਸੀ ਨਬੀ ਪਾਕ ਦੀ ਜ਼ਾਤ ਨੂੰ, ਤੇ ਉਹੀ ਕੁਛ ਹੋਇਆ। ਲਿਹਾਜ਼ਾ ਦੁਨੀਆ ਮਕਾਫਾਤ ਅਮਲ ਆ। ਇਹਦੇ ਉੱਤੇ ਤੁਸੀਂ ਜਿਸ ਵਕਤ ਕਿਸੇ ਨਾਲ ਜ਼ਿਆਦਤੀ ਕਰੋਗੇ, ਧੱਕਾ ਕਰੋਗੇ, ਕਿਸੇ ਦਾ ਦਿਲ ਦਿਖਾਓਗੇ, ਅਗਰ ਉਸ ਬੰਦੇ ਦੀ ਜ਼ਿਆਦਤੀ ਆ ਤਾਂ ਫਿਰ ਤਾਂ ਕੁਛ ਨਹੀਂ। ਅਗਰ ਉਹਦੀ ਜ਼ਿਆਦਤੀ ਨਹੀਂ ਤਾਂ ਫਿਰ ਉਹ ਚੀਜ਼ਾਂ ਪਲਟ ਕੇ ਤੁਹਾਡੀ ਜ਼ਾਤ ਦੀ ਤਰਫ ਵਾਪਸ ਵੀ ਆ ਸਕਦੀਆਂ। ਸਾਨੂੰ ਤੇ ਖਬਰ ਸੁਣ ਕੇ ਬਹੁਤ ਦਿਲੀ ਦੁੱਖ ਹੋਇਆ। ਉਦੋਂ ਵੀ ਦੁੱਖ ਹੋਇਆ ਸੀ ਜਦੋਂ ਇਸ ਔਰਤ ਨੇ ਤਲਾਕ ਲਈ ਸੀ, ਤੇ ਹੁਣ ਵੀ ਦੁੱਖ ਹੋਇਆ ਵੀ ਉਸ ਚੀਜ਼ ਨੂੰ ਉਹਨੇ ਇਹਨੂੰ ਇੱਕ ਸਿਰਫ ਇਸਤੇਮਾਲ ਕਰਨ ਦੀ ਖਾਤਰ 2 ਸਾਲ ਆਪਣੇ ਕੋਲ ਰੱਖਿਆ, ਪੈਸੇ ਖਿਲਾਏ, ਸਾਰਾ ਕੁਝ ਕੀਤਾ। ਜਦੋਂ ਦਿਲ ਭਰ ਗਿਆ ਤੇ ਉਹਨੂੰ ਸਾਈਡ ਤੇ ਕਰਤਾ। ਉਹ ਬੰਦਾ ਵੀ ਕਮ ਜ਼ਰਫ ਸੀ ਤੇ ਇਹ ਵੀ ਕਮ ਜ਼ਰਫ ਸੀ। 2 ਕਮ ਜ਼ਰਫ ਇੱਕ ਜਗ੍ਹਾ ਤੇ ਗੁਜ਼ਾਰਾ ਨਹੀਂ ਕਰ ਸਕੇ। ਲਿਹਾਜ਼ਾ ਜੋ ਨਤੀਜਾ ਸੀ ਉਹ ਤੁਹਾਡੇ ਸਾਹਮਣੇ ਹੀ ਆ।